ਅੱਜ ਦੇ ਤੁਹਾਡੇ ਕਰੰਟ ਅਫੇਅਰ 9 ਜੂਨ 2021 ਦੇ ਸਭ ਤੋਂ ਪਹਿਲਾਂ ਤੁਹਾਡਾ ਕਰੰਟ ਅਫੇਅਰ ਹੈ ਮੁੱਖ ਚੋਣ ਕਮਿਸ਼ਨਰ ਤੇ ਹੋਰ ਚੋਣ ਕਮਿਸ਼ਨਰਾਂ ਬਾਰੇ। ਦੇਖੋ, ਜਿਹੜੀ ਤੁਹਾਡੀ ਇਲੈਕਸ਼ਨ ਕਮਿਸ਼ਨ ਹੈ, ਜਿਹੜੀ ਭਾਰਤ ਦੀ ਚੋਣ ਕਮਿਸ਼ਨ ਹੈ, ਇਹਦੇ ਅੰਦਰ ਟੋਟਲ ਨਾ 3 ਮੈਂਬਰ ਹੁੰਦੇ ਇਹਦੇ। ਇੱਕ ਤੁਹਾਡਾ ਮੁੱਖ ਜਿਹਨੂੰ ਬਣਾਇਆ ਹੁੰਦਾ, ਜਿਹੜਾ ਚੀਫ ਹੈ ਤੁਹਾਡਾ, ਤੇ ਬਾਕੀ 2 ਹੋਰ ਹੁੰਦੇ ਆ। ਟੋਟਲ 3 ਹੁੰਦੇ ਆ। ਇਹ ਸਟਾਰਟਿੰਗ ਤੋਂ ਇਹ 3 ਮੈਂਬਰ ਨਹੀਂ ਸੀਗੇ। ਜਦੋਂ ਭਾਰਤ ਆਪਣਾ ਆਜ਼ਾਦ ਹੋਇਆ ਪਹਿਲੀ ਵਾਰੀ 1950 ਜਦੋਂ ਇਲੈਕਸ਼ਨ ਹੋਣੇ ਸੀ, 1950 ਆਪਣਾ ਸੰਵਿਧਾਨ ਲਾਗੂ ਹੋਇਆ, ਉਸ ਤੋਂ ਬਾਅਦ ਜਦੋਂ ਇਲੈਕਸ਼ਨ ਹੋਣੇ ਸੀ, ਉਦੋਂ ਸਿਰਫ ਜਿਹੜਾ ਮੁੱਖ ਚੋਣ ਕਮਿਸ਼ਨਰ ਹੈ ਸਿਰਫ ਉਹੀ ਹੁੰਦਾ ਸੀ। ਬਾਅਦ ਵਿੱਚ ਤੁਹਾਡੇ ਆਹ 1989 ਦੇ ਇਲੈਕਸ਼ਨ ਵਿੱਚ 2 ਹੋਰ ਇਹਦੇ ਨਾਲ ਐਡ ਕਰਤੇ ਸੀ, ਤਾਂ ਹੁਣ ਇਹ ਟੋਟਲ 3 ਇਹਦੇ ਅੰਦਰ ਮੈਂਬਰ ਹੈ। ਜਿਹੜਾ ਆਹ ਆਪਣੀ ਚੋਣ ਕਮਿਸ਼ਨ ਹੈ, ਇਹਦੇ ਬਾਰੇ ਆਪਣੇ ਸੰਵਿਧਾਨ ਦੇ 324 ਜਿਹੜਾ ਆਰਟੀਕਲ ਆ ਉਹਦੇ ਅੰਦਰ ਲਿਖਿਆ ਹੋਇਆ ਸਾਰਾ ਕੁਝ। ਆਪਣੇ ਭਾਰਤ ਵਿੱਚ ਜਿਹੜੇ ਸੰਸਦ ਦੇ ਇਲੈਕਸ਼ਨ ਹੋ ਗਏ, ਰਾਜ ਵਿਧਾਨ ਸਭਾ ਦੇ ਹੋ ਗਏ, ਰਾਸ਼ਟਰਪਤੀ ਦੇ ਇਲੈਕਸ਼ਨ ਹੋ ਗਏ, ਉਪ ਰਾਸ਼ਟਰਪਤੀ ਦੇ ਹੋ ਗਏ, ਜਿੰਨੇ ਵੀ ਇਲੈਕਸ਼ਨ ਹੈ, ਠੀਕ ਹੈ, ਇਹ ਸਾਰੇ ਦੇ ਸਾਰੇ ਤੁਹਾਡੇ ਇਲੈਕਸ਼ਨ ਕਮਿਸ਼ਨ ਹੀ ਕਰਵਾਉਂਦੀ ਹੈ, ਤੁਹਾਡੀ ਚੋਣ ਕਮਿਸ਼ਨ ਹੀ ਕਰਵਾਉਂਦੀ ਹੈ। ਠੀਕ ਹੈ। ਕਿਹੜੇ ਇਲੈਕਸ਼ਨ, ਦੇਖੋ ਜੇ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਭਾਰਤ ਵਿੱਚ ਕਿਹੜੇ ਇਲੈਕਸ਼ਨ ਚੋਣ ਕਮਿਸ਼ਨ ਕਰਾਉਂਦੀ ਹੈ, ਦੇਖੋ ਚਾਹੇ ਉਹ ਲੋਕ ਸਭਾ ਦੇ ਹੋਣ, ਮਤਲਬ ਪੂਰਾ ਸੰਸਦ ਹੀ ਆ ਗਿਆ, ਪਾਰਲੀਮੈਂਟ, ਪਰ ਅੱਡ ਕਰਕੇ ਬੋਲੀਏ ਤਾਂ ਲੋਕ ਸਭਾ, ਰਾਜ ਸਭਾ, ਸਟੇਟ ਦੇ ਅੰਦਰ ਜਿਹੜੀਆਂ ਆਪਣੀਆਂ ਵਿਧਾਨ ਸਭਾ, ਠੀਕ ਹੈ, ਰਾਸ਼ਟਰਪਤੀ ਦੇ ਇਲੈਕਸ਼ਨ, ਉਪ ਰਾਸ਼ਟਰਪਤੀ ਦੇ ਇਲੈਕਸ਼ਨ, ਇਹ ਸਾਰੇ ਇਲੈਕਸ਼ਨ ਇਹੀ ਕਰਵਾਉਂਦੇ ਆ। ਬਸ ਇੱਕ ਇਲੈਕਸ਼ਨ ਖਾਸ, ਮਤਲਬ 2 ਇਲੈਕਸ਼ਨ ਜਿਹੜੇ ਹੈਗੇ, ਜਿਹੜੇ ਇਹ ਨਹੀਂ ਕਰਵਾਉਂਦੇ, ਉਹ ਹੈਗੇ ਜਿਹੜੇ ਤੁਹਾਡੇ ਪੰਚਾਇਤ ਦੇ ਹੈ ਤੇ ਤੁਹਾਡੇ ਮਿਊਨਿਸਪੈਲਿਟੀ ਦੇ ਇਲੈਕਸ਼ਨ ਹੈ। ਉਹ ਇਲੈਕਸ਼ਨ ਕਮਿਸ਼ਨ, ਜਿਹੜੀ ਭਾਰਤੀ ਇਲੈਕਸ਼ਨ ਚੋਣ ਕਮਿਸ਼ਨ ਹੈ ਨਾ, ਉਹ ਨਹੀਂ ਕਰਾਂਦੀ। ਤਾਂ ਫਿਰ ਆਪਣੀ ਪੰਚਾਇਤ ਤੇ ਆਪਣੀ ਮਿਊਨਿਸਪੈਲਿਟੀ ਦੇ ਇਲੈਕਸ਼ਨ ਕੌਣ ਕਰਵਾਉਂਦੀ ਹੈ? ਉਹ ਹਰ ਸਟੇਟ ਦੀ ਆਪਣੀ ਖੁਦ ਦੀ, ਜਿਵੇਂ ਪੰਜਾਬ ਚੋਣ ਕਮਿਸ਼ਨ ਵੀ ਹੋਊਗੀ ਇੱਕ, ਇਹਦਾ ਕੀ ਕੰਮ ਹੋਊਗਾ, ਐਵੇਂ ਰਾਜਸਥਾਨ ਦੀ ਹੋਊਗੀ, ਹਰਿਆਣੇ ਦੀ ਹੋਊਗੀ, ਹਿਮਾਚਲ ਦੀ ਹੋਊਗੀ। ਇਹਨਾਂ ਦਾ ਕੰਮ ਆ ਪੰਚਾਇਤ ਤੇ ਮਿਊਨਿਸਪੈਲਿਟੀ ਦੇ ਇਲੈਕਸ਼ਨ। ਬਸ ਇਹ ਜਿਹੜੀ ਪੰਜਾਬ ਦੀ ਚੋਣ ਕਮਿਸ਼ਨ ਹੋਊਗੀ, ਸਿਰਫ ਪੰਜਾਬ ਦੇ ਅੰਦਰ ਦੇ ਪੰਚਾਇਤ ਤੇ ਮਿਊਨਿਸਪੈਲਿਟੀ ਦੇ ਇਲੈਕਸ਼ਨ ਕਰਵਾਉਂਦੀ ਹੋਊਗੀ, ਹੋਰ ਕੋਈ ਇਲੈਕਸ਼ਨ ਨਹੀਂ ਕਰਵਾਉਂਦੀ ਹੋਊਗੀ। ਤੇ ਜਿਹੜੀ ਸੈਂਟਰ ਦੀ ਹੈ, ਉਹ ਬਾਕੀ ਸਾਰੇ ਇਲੈਕਸ਼ਨ ਕਰਵਾਉਂਦੀ ਹੈ। ਠੀਕ ਹੈ। ਤਾਂ ਜ਼ਿਆਦਾ ਜ਼ਰੂਰੀ ਬੋਡੀ ਜਿਹੜੀ ਹੈਗੀ ਹੈ, ਜਿਹੜੀ ਜ਼ਿਆਦਾ ਜ਼ਰੂਰੀ ਕਮਿਸ਼ਨ ਹੈ, ਉਹ ਸੈਂਟਰ ਵਾਲੀ ਹੈ। ਠੀਕ ਹੈ। ਪਰ ਤੁਹਾਨੂੰ ਇੱਕ ਕਦੀ ਕੁਐਸਚਨ ਹਮੇਸ਼ਾ ਬਣ ਸਕਦਾ ਹੁੰਦਾ ਕਿ ਥੋੜੀ ਰਾਜ, ਮਤਲਬ ਜਿਹੜੀ ਪੰਜਾਬ ਦੀ ਆ ਗਈ, ਰਾਜ ਚੋਣ ਕਮਿਸ਼ਨ ਹੀ ਹੈ, ਤਾਂ ਇਹ ਕਿਹੜੇ ਇਲੈਕਸ਼ਨ ਕਰਵਾਉਂਦੀ ਹੈ, ਇਹ ਕਿਹੜੇ ਇਲੈਕਸ਼ਨ ਕਰਾਉਂਦੀ ਹੈ, ਤਾਂ ਆਪਾਂ ਉਹ ਦੱਸ ਦਾਂਗੇ। ਦੇਖੋ, ਹੁਣ ਜਿਹੜੇ ਤੁਹਾਡੇ ਕਮਿਸ਼ਨਰ ਹੁੰਦੇ ਆ, ਚਾਹੇ ਮੁੱਖ ਹੋਵੇ ਚਾਹੇ ਹੋਰ ਹੋਣ, ਇਹਨਾਂ ਨੂੰ ਅਪਾਇੰਟਮੈਂਟ ਲੈਟਰ ਕੌਣ ਦਿੰਦਾ, ਇਹਨਾਂ ਨੂੰ ਨਿਯੁਕਤ ਕੌਣ ਕਰਦਾ? ਇਹਨਾਂ ਨੂੰ ਆਪਣੇ ਜਿਹੜੇ ਰਾਸ਼ਟਰਪਤੀ ਹੈ ਨਾ, ਉਹੀ ਕਰਦੇ ਆ। ਤੇ ਹਟਾਉਂਦਾ ਕੌਣ ਹੈ? ਹਟਾਉਣ ਦਾ ਵੀ ਤੁਸੀਂ ਪੂਰੀ ਪੋਲਿਟੀ ਜਦੋਂ ਆਪਾਂ ਪੜਾਂਗੇ, ਪੂਰਾ ਸੰਵਿਧਾਨ ਪੜਾਂਗੇ, ਉਹਦੇ ਅੰਦਰ ਆਪਾਂ ਪੂਰੀ ਡਿਟੇਲ ਚ ਪੜਾਂਗੇ। ਹਟਾਉਣ ਲਈ ਵੀ ਰਾਸ਼ਟਰਪਤੀ ਦਾ ਇਸਤੇਮਾਲ ਹੁੰਦਾ, ਮਤਲਬ ਰਾਸ਼ਟਰਪਤੀ ਫਾਈਨਲ ਸਾਈਨ ਉਹਨਾਂ ਦੇ ਹੁੰਦੇ ਆ, ਆਖਰੀ ਚ ਉਹੀ ਸਾਈਨ ਕਰਦੇ ਆ। ਪਰ ਹਟਾਉਣ ਲਈ ਜਿਹੜੀ ਤੁਹਾਡੀ ਸੰਸਦ ਹੈ, ਸੰਸਦ ਦੇ ਅੰਦਰ ਬਿੱਲ ਪਾਸ ਹੋਊਗਾ, ਸੰਸਦ ਹਟਾਉਣ ਦੀ ਉਹ ਪੂਰਾ ਪਲਾਨ ਸ਼ੁਰੂ ਕਰੂਗੀ, ਤੇ ਆਖਰੀ ਵਿੱਚ ਰਾਸ਼ਟਰਪਤੀ ਦੇ ਸਾਈਨ ਹੋਣਗੇ। ਜਦੋਂ ਨਿਯੁਕਤ ਕਰਨਾ, ਉਦੋਂ ਰਾਸ਼ਟਰਪਤੀ ਖੁਦ ਨਿਯੁਕਤ ਕਰਦੇ ਆ। ਠੀਕ ਹੈ। ਤੇ ਹੀ ਸਾਰਾ ਕੁਝ ਵਿਸਤਾਰ ਵਿੱਚ ਸਾਰਾ ਕੁਝ ਮੈਨੂੰ ਦਿੱਤਾ ਹੋਇਆ ਜਾਂਦਾ। ਦੂਜਾ ਤੁਹਾਡਾ ਕਰੰਟ ਅਫੇਅਰ, ਦੇਖੋ ਵੈਸੇ ਪੇਪਰ ਲਈ ਜ਼ਰੂਰੀ ਆਪਣੇ ਆਪ 'ਚ ਖਬਰ ਜ਼ਰੂਰੀ ਨਹੀਂ ਸੀ ਪੇਪਰ ਲਈ। ਪੇਪਰ ਲਈ ਕੀ ਜ਼ਰੂਰੀ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ। ਤੁਹਾਡੇ ਅੱਜ ਕੱਲ ਜਿਵੇਂ ਹੁਣ ਸਾਰੀਆਂ ਚੀਜ਼ਾਂ ਆਨਲਾਈਨ ਪੜ੍ਹਾਈ ਹੋ ਰਹੀ ਹੈ, ਆਨਲਾਈਨ ਸਾਰੀਆਂ ਰਿਸੋਰਸਿਸ ਮਿਲ ਰਹੀਆਂ, ਇਹਦੇ ਕਾਰਨ ਬਹੁਤ ਵੱਡੀ ਪ੍ਰੋਬਲਮ ਉਹਨਾਂ ਲਈ ਬਣ ਰਹੀ ਹੈ ਜਿਹੜੇ ਦੇਖ ਨਹੀਂ ਸਕਦੇ ਜਾਂ ਸੁਣ ਨਹੀਂ ਸਕਦੇ। ਇਹਦੇ ਨਾਲ ਇੱਕ ਬਹੁਤ ਵੱਡੀ ਪ੍ਰੋਬਲਮ ਇਸ ਚੀਜ਼ ਦੀ ਬਣ ਜਾਂਦੀ ਹੈ। ਜਿਹੜੇ ਬਿਲਕੁਲ ਹੀ ਨਹੀਂ ਦੇਖ ਸਕਦੇ ਉਹਨਾਂ ਨੂੰ ਇਹ ਬਹੁਤ ਵੱਡੀ ਪ੍ਰੋਬਲਮ, ਕਿਉਂਕਿ ਵੈਸੇ ਕੀ ਹੁੰਦਾ, ਜਿਹੜੇ ਖਾਸ ਕਰ ਜਿਹੜੇ ਦੇਖ ਨਹੀਂ ਸਕਦੇ, ਉਹਨਾਂ ਲਈ ਜਿਹੜੀਆਂ ਕਿਤਾਬਾਂ ਆਉਂਦੀਆਂ, ਉਹਨਾਂ ਲਈ ਅੰਦਰ ਖਾਸ ਤਰੀਕੇ ਦੀ ਉਹਨਾਂ ਦੀ ਪ੍ਰਿੰਟਿੰਗ ਹੁੰਦੀ ਹੈ। ਠੀਕ ਹੈ। ਤਾਂ ਕਿ ਉਹ ਉਸ ਚੀਜ਼ ਨੂੰ ਪੜ੍ਹ ਸਕਣ ਉਂਗਲੀਆਂ ਨਾਲ।
ਠੀਕ ਹੈ, ਕਿ ਲਿਖਿਆ ਕੀ ਉਹਨਾਂ ਨੂੰ ਉਸ ਚੀਜ਼ ਦੇ ਅਕੋਰਡਿੰਗ ਹੀ ਪੜਾਇਆ ਜਾਂਦਾ, ਸਿਖਾਇਆ ਜਾਂਦਾ ਕਿ ਉਸ ਚੀਜ਼ ਨੂੰ ਕਿੱਦਾਂ ਪੜ੍ਹਨਾ, ਤੇ ਉਦਾਂ ਦੀਆਂ ਹੀ ਕਿਤਾਬਾਂ ਆਉਂਦੀਆਂ। ਪਰ ਹੁਣ ਜਦੋਂ ਆਨਲਾਈਨ ਹੀ ਹੋ ਗਈ ਚੀਜ਼, ਤਾਂ ਆਨਲਾਈਨ ਹੁਣ ਉਹ ਕਿੱਦਾਂ ਛੂ ਕੇ ਪੜ੍ਹਨਗੇ ਲਿਖਿਆ ਕੀ ਹੈ? ਕੋਈ ਆਰਟੀਕਲ ਪੜ੍ਹਨਾ ਚਾਹੁੰਦੇ ਆ, ਕੋਈ ਹੋਮਵਰਕ ਦੇਤਾ ਉਹਨਾਂ ਨੂੰ, ਉਹ ਕਿੱਦਾਂ ਪੜ੍ਹਨਗੇ ਉਸ ਚੀਜ਼ ਨੂੰ? ਤਾਂ ਸਰਕਾਰ, ਜਿਹੜੀ ਥੋੜੀ ਕੇਂਦਰ ਦੀ ਸਰਕਾਰ ਆ, ਉਹਨੇ ਇੱਕ ਗਾਈਡਲਾਈਨ ਪੂਰੀ ਜਾਰੀ ਕੀਤੀ ਹੈ, ਜਿੱਥੇ ਉਹਨੇ ਸਾਰੇ ਯੂਨੀਵਰਸਿਟੀਆਂ ਤੇ ਸਕੂਲ ਨੂੰ ਬੋਲਿਆ ਕਿ ਤੁਸੀਂ ਜਿੰਨੇ ਵੀ ਤੁਹਾਡੇ ਇਹ ਰਿਸੋਰਸ ਹੈ ਇਦਾਂ ਵੀ ਤਿਆਰ ਕਰੋ, ਠੀਕ ਹੈ, ਤਾਂ ਕਿ ਜਿਹੜਾ ਦੇਖ ਜਾਂ ਸੁਣ ਨਹੀਂ ਸਕਦਾ ਉਹਦੇ ਲਈ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਰਿਸੋਰਸ ਅਵੇਲੇਬਲ ਹੋਵੇ। ਹੁਣ ਜਿਹੜਾ ਮਤਲਬ ਬੰਦਾ ਜਿਵੇਂ ਦੇਖ ਨਹੀਂ ਸਕਦਾ, ਉਹਦੇ ਲਈ ਜ਼ਰੂਰੀ ਹੈ ਕਿ ਆਡੀਓ ਫਾਈਲ ਇਦਾਂ ਦੀ ਬਣਾ ਦਿਓ ਕਿ ਬੰਦਾ ਪੂਰੀ ਕਿਤਾਬ ਸੁਣ ਪਾਵੇ, ਤਾਂ ਵੀ ਤੁਹਾਨੂੰ ਸਮਝ ਆ ਜਾਊਗੀ। ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਤੱਕ ਇਹ ਚੀਜ਼ ਪਹੁੰਚੇ, ਤੇ ਇਦਾਂ ਨਾ ਹੋਵੇ ਕਿ ਲੋਕਡਾਊਨ ਵਿੱਚ ਉਹਨਾਂ ਨੂੰ ਪੜਨ ਦਾ ਮੌਕਾ ਹੀ ਉਹ ਗਵਾ ਦੇਣ। ਤੇ ਇਸ ਲਈ ਇਹ ਪੂਰੀ ਗਾਈਡਲਾਈਨ ਜਾਰੀ ਕੀਤੀ ਹੈ। ਹੁਣ ਆਪਣੇ ਪੇਪਰ ਲਈ ਕੀ ਜ਼ਰੂਰੀ ਹੈ? ਆਪਣੇ ਪੇਪਰ ਲਈ ਜ਼ਰੂਰੀ ਹੈ ਜਿਹੜਾ ਆਪਣਾ ਸੰਯੁਕਤ ਰਾਸ਼ਟਰ ਹੈ, ਜਿਹੜਾ ਆਪਣਾ UN ਹੈ, ਉਹਨੇ ਕੀ ਕੀਤਾ ਹੋਇਆ, ਉਹਨੇ ਨਾ ਇੱਕ ਖਾਸ ਕਨਵੈਨਸ਼ਨ ਸਾਰੀ ਦੁਨੀਆ ਦੀ ਬਣਾਈ ਹੈ। ਉਹਨੇ ਸਾਰੀ ਦੁਨੀਆ ਨੂੰ ਬੋਲਿਆ ਕਿ ਜਿਹੜੇ ਵੀ ਆਪਣੇ ਇਦਾਂ ਦੇ ਵਿਅਕਤੀ ਹੈ ਜਿਨ੍ਹਾਂ ਨੂੰ ਕੋਈ ਵੀ ਪ੍ਰੋਬਲਮ ਹੈ ਸੁਣਨ ਦੀ, ਕੋਈ ਵੀ ਡਿਸੇਬਿਲਿਟੀ ਹੈ, ਕੋਈ ਸੁਣਨ ਦੀ, ਦੇਖਣ ਦੀ, ਇਹ ਜਾਂ ਚੱਲਣ ਦੀ ਵੀ ਹੋ ਸਕਦੀ ਹੈ, ਕੋਈ ਵੀ ਹੋ ਸਕਦੀ ਹੈ, ਇਹਨਾਂ ਦੇ ਲਈ ਸਰਕਾਰਾਂ, ਪੂਰੇ ਦੁਨੀਆ ਦੀਆਂ ਸਰਕਾਰਾਂ ਕੋਸ਼ਿਸ਼ ਕਰਨਗੀਆਂ ਕਿ ਅਸੀਂ ਵਧੀਆ ਤੋਂ ਵਧੀਆ ਜਿਹੜੀ ਰਿਸੋਰਸ ਹੈ ਉਹ ਦੇ ਸਕੀਏ, ਤਾਂ ਕਿ ਉਹ ਵੀ ਆਪਣੀ ਜ਼ਿੰਦਗੀ ਚ ਉਨੇ ਅੱਗੇ ਵੱਧ ਸਕਣ ਜਿੰਨੇ ਬਾਕੀ ਵੱਧ ਰਹੇ ਆ। ਠੀਕ ਹੈ, ਮਤਲਬ ਇਹ ਸਰੀਰ ਦੀ ਜੋ ਕੋਈ ਕਮੀ ਰਹੇਗੀ, ਇਹਦਾ ਇਹ ਅਸਰ ਨਾ ਹੋਵੇ ਕਿ ਉਹ ਜ਼ਿੰਦਗੀ 'ਚ ਨਾ ਕਦੀ ਅੱਗੇ ਵੱਧ ਪਾਣ। ਠੀਕ ਹੈ, ਉਹਨਾਂ ਦੀ ਆਪਣੀ ਖੁਦ ਦੀ ਥੋੜੀ ਕੋਈ ਗਲਤੀ ਹੈ, ਤਾਂ ਇਸ ਕਾਰਨ ਉਹਨਾਂ ਨੂੰ ਜ਼ਿੰਦਗੀ ਵਿੱਚ ਉਹੀ ਸੇਮ ਫੈਸਿਲਿਟੀ ਮਿਲ, ਠੀਕ ਹੈ, ਉਹਦੇ ਲਈ ਆਬਵੀਅਸਲੀ ਐਕਸਟਰਾ ਹੈਲਪ ਕਰਨੀ ਪਊਗੀ ਸਰਕਾਰ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ। ਤਾਂ ਉਹਦੇ ਲਈ ਆਹ ਸਾਰੇ ਤੁਹਾਡੇ ਯੂਨਾਈਟਿਡ ਨੇਸ਼ਨ ਸੰਯੁਕਤ ਰਾਸ਼ਟਰ 'ਚ ਇਹ ਸਾਰਿਆਂ ਨੇ ਮਿਲ ਕੇ ਇੱਕ ਕਨਵੈਨਸ਼ਨ ਸਾਈਨ ਕੀਤੀ ਹੋਈ ਆ। ਤਾਂ ਤੁਹਾਨੂੰ ਕੁਐਸਚਨ ਇਹ ਆ ਸਕਦਾ ਹੈ ਕਿ ਜਿਹੜੀ ਇਹ ਕਨਵੈਨਸ਼ਨ ਹੈ, ਕਿ ਭਾਰਤ ਨੇ ਵੀ ਇਹ ਸਾਈਨ ਕੀਤੀ ਹੈ ਜਾਂ ਨਹੀਂ ਕੀਤੀ? ਠੀਕ ਹੈ, ਤਾਂ ਭਾਰਤ ਵੀ ਇਹਦਾ ਪਾਰਟ ਹੈਗਾ। ਠੀਕ ਹੈ, ਭਾਰਤ ਵੀ ਇਹਦਾ ਹਿੱਸਾ ਹੈਗਾ। ਇਸ ਕਨਵੈਨਸ਼ਨ ਤੇ ਭਾਰਤ ਨੇ ਵੀ ਸਾਈਨ ਕੀਤੇ ਹੋਏ ਆ। ਤੁਹਾਨੂੰ ਇਹ ਕਈ ਵਾਰੀ ਕੁਐਸਚਨ ਆਉਂਦੇ ਹੁੰਦੇ ਆ, ਪੀਸੀਐਸ ਦੇ 2018 ਦੇ ਪੇਪਰ 'ਚ ਵੀ ਇਦਾਂ ਦੇ ਇੰਟਰਨੈਸ਼ਨਲ ਦੇ ਰਿਗਾਰਡਿੰਗ ਕੁਐਸਚਨ ਆਏ ਸੀ। ਤਾਂ ਉਹ ਇਦਾਂ ਦੀ ਕੁਐਸਚਨ ਸੀਗੇ ਕਿ ਆਹ ਜਿਹੜੀ ਕਨਵੈਨਸ਼ਨ ਹੈ, ਕੀ ਉਹ ਭਾਰਤ ਨੇ ਸਾਈਨ ਕੀਤੀ ਹੈ ਜਾਂ ਨਹੀਂ ਕੀਤੀ? ਮਤਲਬ ਕਨਵੈਨਸ਼ਨ ਦਾ ਨਾਮ ਲਿਖਿਆ ਹੋਊਗਾ ਤੇ ਬਸ ਇਹ ਪੁੱਛਿਆ ਜਾਂਦਾ ਕਿ ਭਾਰਤ ਨੇ ਸਾਈਨ ਕੀਤੀ ਹੈ ਜਾਂ ਨਹੀਂ ਕੀਤੀ। ਜਿਵੇਂ ਤੁਸੀਂ ਇੱਕ ਹੋਰ ਚੀਜ਼ ਦੇਖਦੇ ਹੋ ਕਿ ਆਪਣੇ ਇੱਕ ਬਹੁਤ ਰਿਪੋਰਟ ਆਉਂਦੀ ਹੈ ਕਿ ਤੁਹਾਡੇ ਪੁਲਿਸ ਕਈ ਵਾਰੀ ਕਿਸੇ ਤੋਂ ਸੱਚ ਉਗਲਵਾਉਣ ਲਈ, ਕੁਝ ਵੀ ਕਰਨ ਲਈ ਟੌਰਚਰ ਵੀ ਯੂਜ਼ ਕਰਦੀ ਹੈ। ਦੁਨੀਆ ਵਿੱਚ ਉਹਦੇ ਲਈ ਵੀ ਇੱਕ ਕਨਵੈਨਸ਼ਨ ਐਗਜ਼ਿਸਟ ਕਰਦੀ ਹੈ ਕਿ ਜਿਹੜੇ ਦੇਸ਼ ਉਹਦੇ ਉੱਤੇ ਸਾਈਨ ਕਰ ਦਿੰਦੇ ਆ ਨਾ, ਉਹ ਇਹ ਕਹਿੰਦੇ ਕਿ ਅਸੀਂ ਆਪਣੀ ਪੁਲਿਸ 'ਚ ਬਦਲਾਵ ਕਰਾਂਗੇ ਕਿ ਸਾਡੇ ਇੱਥੇ ਟੌਰਚਰ ਨਾ ਕੀਤਾ ਜਾਵੇ ਕੋਈ ਵੀ ਜੇਲ੍ਹ 'ਚ ਗਿਆ ਤਾਂ। ਭਾਰਤ ਨੇ ਉਹ ਕਨਵੈਨਸ਼ਨ ਸਾਈਨ ਨਹੀਂ ਕੀਤੀ ਹੋਈ। ਠੀਕ ਹੈ, ਤਾਂ ਬਹੁਤ ਸਾਰੇ ਆਪਾਂ ਨੂੰ ਹੋਰ ਦੇਸ਼ ਆਪਾਂ ਨੂੰ ਕਹਿੰਦੇ ਕਿ ਤੁਸੀਂ ਕਿਉਂ ਨਹੀਂ ਸਾਈਨ ਕਰ ਰਹੇ ਹੋ, ਤਾਂ ਭਾਰਤ ਇਹ ਕਹਿ ਕੇ ਛੱਡ ਦਿੰਦਾ ਕਿ ਅਸੀਂ ਛੇਤੀ ਸਾਈਨ ਕਰਾਂਗੇ, ਪਰ ਭਾਰਤ ਨੇ ਹਜੇ ਤੱਕ ਨਹੀਂ ਸਾਈਨ ਕੀਤੀ ਹੋਈ। ਤੇ ਤਾਂ ਹੀ ਆਪਣੇ ਜਿਹੜੇ ਜੇ ਮਤਲਬ ਵੈਸੇ ਟੌਰਚਰ ਲਈ ਕਾਨੂੰਨ ਬਣੇ ਆ, ਪਰ ਅਸੀਂ ਦੁਨੀਆ ਨੂੰ ਕੋਈ ਵਾਅਦਾ ਨਹੀਂ ਕੀਤਾ ਕਿ ਅਸੀਂ ਕਰਾਂਗੇ। ਦੇਖੋ, ਕਨਵੈਨਸ਼ਨ ਇਦਾਂ ਦੀ ਕੋਈ ਚੀਜ਼ ਨਹੀਂ ਹੈ ਕਿ ਦੁਨੀਆ ਤੇ ਤੁਹਾਡੇ ਉੱਤੇ ਕੋਈ ਸਵਾਲ ਚੱਕ ਦੂਗਾ ਕਿ ਆਹ ਕੰਟਰੀ ਆ ਕਰ ਨਹੀਂ ਰਹੀ ਤੇ ਇਹਨੂੰ ਕੋਈ ਸਜ਼ਾ ਦਿੱਤੀ ਜਾਵੇ। ਦੇਸ਼ ਇੱਕ ਆਪਸ ਕਿਸੇ ਨੂੰ ਕੋਈ ਸਜ਼ਾ ਨਹੀਂ ਦੇ ਸਕਦਾ। ਕਨਵੈਨਸ਼ਨ ਇੱਕ ਬਸ ਤੁਹਾਡੇ ਤਰੀਕੇ ਤੋਂ ਇੱਕ ਤਰੀਕੇ ਦਾ ਵਾਅਦਾ ਹੁੰਦਾ ਹੈ ਕਿ ਮੈਂ ਕੋਸ਼ਿਸ਼ ਕਰੂੰਗਾ ਇਹਦੇ ਲਈ। ਤੇ ਸਾਰੇ ਦੇਸ਼ ਜਦੋਂ ਮਿਲ ਕੇ ਕਿਸੇ ਚੀਜ਼ ਲਈ ਕੋਸ਼ਿਸ਼ ਕਰਨਗੇ, ਇਹ ਚੀਜ਼ ਇਸ ਲਈ ਮੰਨੀ ਜਾਂਦੀ ਹੈ ਕਿ ਜੋ ਸਾਰੇ ਦੇਸ਼ ਮਿਲ ਕੇ ਕੁਝ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਆਪਣੇ ਆਪ ਜਿਹੜਾ ਸਮਾਜ ਆ ਉਹ ਹੋਰ ਬਿਹਤਰ ਹੋ ਜਾਊਗਾ। ਇਸ ਲਈ ਕਨਵੈਨਸ਼ਨ ਕੀਤੀਆਂ ਜਾਂਦੀਆਂ। ਕੁਝ ਬਾਈਂਡਿੰਗ ਵੀ ਹੈ, ਉਹਦੇ ਬਦਲੇ ਬਸ ਫਾਈਨ ਲੱਗਦੇ ਆ ਛੋਟੇ ਮੋਟੇ, ਪਰ ਉਹ ਵੀ ਕਈ ਵਾਰੀ ਨਹੀਂ ਵੀ ਲੱਗਦੇ। ਠੀਕ ਹੈ, ਅਗਲਾ ਜਿਹੜਾ ਹੈਗਾ ਰਹਿੰਗਮਾ ਟ੍ਰਾਈਬ। ਇੱਕ ਸਿੱਧਾ ਕੁਐਸਚਨ ਤੁਹਾਨੂੰ ਇਹ ਆ ਸਕਦਾ, ਇਹ ਚ ਬਸ ਇੱਕੋ ਹੀ ਕੁਐਸਚਨ ਬਣਦਾ, ਇਹਦਾ ਇਸ਼ੂ ਕੀ ਹੈ, ਫਿਰ ਮੈਂ ਤੁਹਾਨੂੰ ਬਾਕੀ ਦੱਸੂਗਾ। ਔਰ ਰਹਿੰਗਮਾ ਟ੍ਰਾਈਬ ਪਾਈ ਕਿੱਥੇ ਜਾਂਦੀ ਹੈ, ਰਹਿੰਦੇ ਕਿੱਥੇ ਇਹ ਰਹਿੰਗਮਾ ਟ੍ਰਾਈਬ ਦੇ ਲੋਕ? ਠੀਕ ਹੈ, ਇਹ ਜਿਹੜੇ ਰਹਿੰਗਮਾ ਟ੍ਰਾਈਬ ਦੇ ਲੋਕ ਹੈ ਨਾ, ਇਹ ਤੁਹਾਡੇ ਨਾਗਾਲੈਂਡ ਤੇ ਅਸਾਮ ਵਿੱਚ
ਪਾਈ ਜਾਣ ਵਾਲੇ ਇੱਕ ਕਬੀਲੇ ਦੇ ਲੋਕ ਆ, ਰਿੰਗਮਾ ਇਹਨਾਂ ਦਾ ਕਬੀਲੇ ਦਾ ਮਤਲਬ, ਇਹ ਲੋਕਾਂ ਨੂੰ ਰਿੰਗਮਾ ਕਹਿੰਦੇ, ਜਿਹੜਾ ਇਹਨਾਂ ਕਬੀਲੇ ਜਿਸ ਚੀਜ਼ ਨਾਲ ਬਿਲੋਂਗ ਕਰਦੇ, ਇਹਨਾਂ ਕਲਚਰ ਇਸੇ ਨਾਲ ਜੁੜਿਆ। ਤੇ ਇਹ ਤੁਹਾਡੇ ਅਸਾਮ ਤੇ ਨਾਗਾਲੈਂਡ ਦੇ ਇਲਾਕੇ ਵਿੱਚ ਪਾਏ ਜਾਂਦੇ। ਹੁਣ ਦੇਖੋ ਇਹਨਾਂ ਦੇ ਰਿਗਾਰਡਿੰਗ ਖਬਰ ਕੀ ਸੀ, ਮੈਂ ਤੁਹਾਨੂੰ ਖਬਰ ਵੀ ਦੱਸ ਦਿੰਦਾ। ਇਹ ਨਾ ਬਹੁਤ ਸਮੇਂ ਤੋਂ ਮੰਗ ਕਰ ਰਹੇ ਹੈ ਕਿ ਸਾਨੂੰ, ਦੇਖੋ ਸਭ ਤੋਂ ਵੱਡਾ ਜਿਹੜੇ ਟ੍ਰਾਈਬ ਹੁੰਦੇ, ਜਿਹੜੇ ਕਬੀਲੇ ਦੇ ਲੋਕ ਹੁੰਦੇ ਆ ਨਾ, ਇਹਨਾਂ ਨੂੰ ਇਹ ਹੁੰਦਾ, ਜਿਹੜੇ ਆਦੀਵਾਸੀ ਹੁੰਦੇ ਆ, ਇਹਨਾਂ ਨੂੰ ਇਹ ਹੁੰਦਾ ਕਿ ਸਾਨੂੰ ਆਪਣੇ ਤਰੀਕੇ ਨਾਲ ਰਹਿਣ ਦਿਓ, ਸਾਡੇ ਉੱਤੇ ਸਰਕਾਰ ਦੇ ਕਾਨੂੰਨ ਇਹ ਸਭ ਕੁਝ ਨਾ ਲਗਾਓ, ਸਾਨੂੰ ਜੰਗਲ ਦੇ ਕੋਲੇ ਰਹਿਣਾ, ਜੰਗਲ ਦੇ ਤਰੀਕੇ ਨਾਲ ਜੇ ਰਹਿਣਾ, ਸਾਨੂੰ ਰਹਿਣ ਦਿਓ। ਜਿਹੜੇ ਸਾਡੇ ਪਹਾੜ ਹੈ ਉਹ ਤੁਸੀਂ ਨਾ ਛੇੜੋ, ਜਿਹੜੀਆਂ ਸਾਡੀਆਂ ਜ਼ਮੀਨਾਂ ਉਹਨਾਂ 'ਚ ਤੁਸੀਂ ਨਾ ਆਓ, ਅਸੀਂ ਫਿਰ ਤੁਹਾਡੇ ਦੇਸ਼ ਨਾਲ ਰਹਿਣ ਨੂੰ ਤਿਆਰ ਹਾਂ, ਬਸ ਤੁਸੀਂ ਸਾਨੂੰ ਆਪਣੀ ਸਮਾਜ, ਆਪਣੇ ਪਰੰਪਰਾਵਾਂ, ਹਰ ਚੀਜ਼ ਨੂੰ ਖੁਦ ਚਲਾਉਣ ਦਿਓ। ਤਾਂ ਇਹ ਰੰਗਮਾ ਵੀ ਬਹੁਤ, ਆਪਾਂ ਫਿਰ ਇਸੇ ਦੇ ਚੱਲਦੇ ਹੋਏ ਜਿਵੇਂ ਆਪਣੇ ਨਾਗਾ ਟ੍ਰਾਈਬ ਹੈ, ਠੀਕ ਹੈ, ਤੇ ਮੀਜ਼ੋ ਟ੍ਰਾਈਬ ਹੈ, ਇਦਾਂ ਹੋਰ ਕੁਝ ਵੱਡੀਆਂ ਜਿਹੜੀਆਂ ਟ੍ਰਾਈਬਸ ਹੈ ਨਾ, ਉਹਨਾਂ ਨੂੰ ਆਜ਼ਾਦੀਆਂ ਦਿੱਤੀਆਂ ਹੋਈਆਂ। ਉਹਨਾਂ ਨੂੰ ਆਪਾਂ ਕੀ ਕੀਤਾ ਹੋਇਆ ਕਿ ਉਹਨਾਂ ਦੇ ਨਾ ਡਿਸਟ੍ਰਿਕਟ, ਜ਼ਿਲ੍ਹੇ ਦੇ ਨਾ ਕਾਉਂਸਲ ਬਣਾਏ ਹੋਏ ਆ। ਉਹ ਜਿਸ ਜ਼ਿਲ੍ਹੇ ਵਿੱਚ ਪਾਏ ਜਾਂਦੇ ਆ, ਜ਼ਿਆਦਾਤਰ ਜਿਹੜੇ ਲੋਕ ਜਿਹੜੇ ਉਸ ਜ਼ਿਲ੍ਹੇ ਜਦੋਂ ਪਾਏ ਜਾਂਦੇ ਆ, ਮਤਲਬ ਇਹ ਸਾਰੇ ਅਸਾਮ ਸੂਮ ਉਸੇ ਸਾਈਡ ਤੇ ਆ, ਆਪਾਂ ਕੀ ਕੀਤਾ, ਉਹਨਾਂ ਦੀ ਇੱਕ ਬਾਉਂਡਰੀ ਬਣਾਤੀ ਆ, ਉਹਨਾਂ ਦੇ ਪੂਰੇ ਇਲਾਕੇ ਨੂੰ ਇੱਕ ਜ਼ਿਲ੍ਹਾ ਡਿਕਲੇਅਰ ਕਰਤਾ। ਜਦੋਂ ਉਹਨੂੰ ਜ਼ਿਲ੍ਹਾ ਡਿਕਲੇਅਰ ਕਰਤਾ, ਉਹਦੇ ਅੰਦਰ ਉਹਨਾਂ ਨੂੰ ਬਹੁਤ ਸਾਰੀਆਂ ਆਜ਼ਾਦੀਆਂ ਦੇਤੀਆਂ ਕਿ ਤੁਸੀਂ ਲੈਂਡ ਦੇ, ਕੋਈ ਜ਼ਮੀਨ ਦੇ ਰਿਗਾਰਡਿੰਗ ਕੋਈ ਕਾਨੂੰਨ ਬਣਾਉਣਾ ਉਹ ਬਣਾ ਲਓ, ਤੁਸੀਂ ਕੋਈ ਹੋਰ ਸਜ਼ਾਵਾਂ ਦੇ ਰਿਗਾਰਡਿੰਗ ਕੋਈ ਹੋਰ ਕਾਨੂੰਨ ਬਣਾਣੇ ਆ ਉਹ ਬਣਾ ਲਓ, ਤੁਹਾਡੇ ਉੱਤੇ ਸੰਸਦ ਤੇ ਵਿਧਾਨ ਸਭਾ ਦੇ ਹਰ ਕਾਨੂੰਨ ਨਹੀਂ ਲਾਗੂ ਹੋਣਗੇ। ਦੇਖੋ ਇਹਨਾਂ ਉੱਤੇ ਜਿਹੜੇ ਹੁਣ ਹਾਂ ਸਪੈਸ਼ਲ ਕਾਉਂਸਲ ਬਣਾ ਦਿੱਤੇ ਜਾਂਦੇ ਆ ਨਾ ਜਿਹੜੇ ਜ਼ਿਲ੍ਹਿਆਂ ਵਿੱਚ, ਉੱਥੇ ਕੀ ਹੁੰਦਾ, ਫਿਰ ਸੰਸਦ ਤੇ ਤੁਹਾਡੇ ਵਿਧਾਨ ਸਭਾ ਦੇ ਸਾਰੇ ਕਾਨੂੰਨ ਵੀ ਨਹੀਂ ਲੱਗਦੇ। ਕਿਹੜੇ ਕਿਹੜੇ ਕਾਨੂੰਨ ਲੱਗਣਗੇ, ਰਾਸ਼ਟਰਪਤੀ ਜਾਂ ਜਿਹੜਾ ਗਵਰਨਰ ਹੁੰਦਾ ਹੈ ਨਾ, ਉਹ ਫੈਸਲਾ ਕਰਦਾ ਕਿ ਕਿਹੜਾ ਕਿਹੜਾ ਕਾਨੂੰਨ ਲੱਗੂਗਾ। ਇਹ ਤੁਸੀਂ ਪੋਲਿਟੀ 'ਚ ਪੂਰਾ ਚੈਪਟਰ ਡਿਟੇਲ 'ਚ ਪੜ੍ਹੋਗੇ, ਉੱਥੇ ਜਾ ਕੇ ਆਊਗਾ, ਠੀਕ ਹੈ। ਤੇ ਇਸ ਤਰੀਕੇ ਨਾਲ ਤੁਹਾਡਾ ਇਹ ਸਾਰੇ ਰੰਗਮਾ ਦਾ ਇਸ਼ੂ ਹੈ। ਬੇਸਿਕਲੀ ਇਹ ਕਹਿ ਰਹੇ ਕਿ ਸਾਡੇ ਲਈ ਵੀ ਇਦਾਂ ਦਾ, ਜਿੱਥੇ ਅਸੀਂ ਪਾਏ ਜਾਂਦੇ ਆ, ਸਾਨੂੰ ਵੀ ਇੱਕ ਸਾਡਾ ਵੀ ਕਾਉਂਸਲ ਬਣਾਓ ਤਾਂ ਕਿ ਅਸੀਂ ਖੁਦ ਦੇ ਨਿਯਮ ਬਣਾ ਸਕੀਏ, ਖੁਦ ਦੇ ਕਾਨੂੰਨ ਬਣਾ ਸਕੀਏ ਤੇ ਉਹਦੇ ਮੁਤਾਬਿਕ ਆਪਣਾ ਪੂਰਾ ਸਮਾਜ ਚਲਾ ਸਕੀਏ, ਠੀਕ ਹੈ। ਤੇ ਆ ਸੀਗੇ ਤੁਹਾਡੇ ਅੱਜ ਦੇ ਛੋਟੇ ਜਿਹੇ ਕਰੰਟ ਅਫੇਅਰ, ਠੀਕ ਹੈ। डिटेल ਇਹਨਾਂ 'ਚ ਕਾਫੀ ਹੈ, ਐਕਸਪਲੇਨੇਸ਼ਨ ਬਸ ਛੋਟੀ ਸੀ, ਠੀਕ ਹੈ। ਹਾਂ ਆ ਸੀਗੇ ਕਰੰਟ ਅਫੇਅਰ।